प्यारे विद्यार्थियों, MA पंजाबी भाग पहला दे विच तुहाडी एडमिशन हो चुकी है। छेती ही क्लासां भी शुरू होने वालियां हन। मैं तुहानू MA भाग पहला पंजाबी दे विच पहला पेपर पढ़ावांगा, जिसका नाम है मध्यकाली पंजाबी कविता, पेपर फस्ट, ऑप्शन फस्ट। इस पेपर दे विच मध्यकाल दे नाल संबंधित 3 कवि अते उन्हां दी टैक्सट लगी हुई है। इस दे नाल ही कुछ जर्नल पोर्शन है जो आपां सिलेबस दे विच पूरा करना है। तुहानू इस तो पहला BA दे विच कुछ अंशां दे विच गुरमत पंजाबी साहित्य पढ़ाया गया है, लेकिन हुण एक कवि के तौर पर तुहानू पूरे कवि के तौर पर और एक पूरी उन्हां दी टैक्सट के तौर पर MA भाग पहला दे विच पढ़ना पएगा। मैं तुहानू दस देना चाहुंदा हाँ कि जो साडा सिलेबस है उसका पहला पोर्शन, जिसनों यूनिट पहले के नाम से जानिया जाता है, उस दे विच पाठक्रम दे विच लगे हुए साडे तीनों कवियां दे नाल संबंधित कुछ जर्नल सवाल पूछे जाणगे। उन्हां दे विच पाठ पुस्तकां दे लेखकां दी जान पछाण यानी कि ਸਾਹਿਤਕ परिचय, उस दे नाल ही उन्हां दा रचना काल ਅਤੇ ਪ੍ਰਾਪਤ ਸਾਹਿਤ ਦੇ ਇਤਿਹਾਸਕ ਪ੍ਰਪੇਖ ਦੇ ਵਿੱਚ ਸਵਾਲ ਪੁੱਛੇ ਜਾ ਸਕਦੇ ਹਨ। ਪ੍ਰਵਿਰਤੀਆਂ, ਵਿਕਾਸ ਅਤੇ ਵਿਭਿੰਨ ਲੇਖਕਾਂ ਦੀ ਕਿਹੜੀਆਂ ਧਾਰਾਵਾਂ ਦੇ ਨਾਲ ਉਹ ਸੰਬੰਧਿਤ ਹਨ, ਉਹਨਾਂ ਦਾ ਤੁਲਨਾਤਮਕ ਅਧਿਐਨ ਦਾ ਪ੍ਰਸ਼ਨ ਵੀ ਪੁੱਛਿਆ ਜਾ ਸਕਦਾ ਹੈ। ਸੋ ਇਹ यूनिट पहला होएगा जो कि अनिवार्य होएगा। इस दे नाल ही इस दे विच जो साडे ਵੱਖ ਧਾਰਾਵਾਂ ਦੇ सवाल पूछे जा सकते हैं, जिवें गुरमत साहित्य नाल संबंधित सवाल, नाल ही भगती काल दे विच साडे कोल भगत कबीर साहब लगे हुए हैं। उन्हां दी बाणी जो आदि ग्रंथ यानी कि गुरु ग्रंथ साहब दे विच शामिल है, वो साडे सिलेबस का हिस्सा है। अते इसे तरीके नाल गुरमत साहित्य दे विच गुरु नानक साहब दी जपजी साहब साडे सिलेबस का हिस्सा है। सो हुण मैं तुहानू तीनों टैक्सट बारे थोड़ी जानकारी देना चाहांगा। हुण तुहानू विशेष तौर पर दस्या जाता है कि जो ये कविता साडे सिलेबस का हिस्सा है, ये मध्यकाली पंजाबी कविता 14वीं शताब्दी तो लैके 17वीं ईस्वी सदी तक दी कविता है। साडा सब तो पहला कवि है सूफी कवि बाबा फरीद। जिवें कि तुहानू पता ही है कि बाबा फरीद दे 112 श्लोक ਅਤੇ 4 शब्द आदि ग्रंथ दे विच शामिल ਹਨ ਤੇ ਇਹ शब्द ਅਤੇ श्लोक ही साडे MA ਦੇ ਪਹਿਲੇ ਭਾਗ ਦੀ ਸਿਲੇਬਸ ਦਾ ਹਿੱਸਾ ਹਨ। ਇਹਨਾਂ ਨਾਲ ਸੰਬੰਧਿਤ ਸਾਹਿਤਕ ਮੁਲਾਂਕਣ, ਇਹਨਾਂ ਦਾ बाबा फरीद ਦਾ जो विचारधारा है उस नाल संबंधित प्रश्न, बाबा फरीद की बाणी के किहड़े प्रमुख संकल्प हैं उन्हां नाल संबंधित प्रश्न, बाबा फरीद नूं सूफी कविता का मोढी कवि मन्निया जाता है, उस दे नाल संबंधित प्रश्न पूछे जा सकते हैं। साडा सूफी कविता के इस
ਕਵੀ ਤੋਂ ਬਾਅਦ ਦੂਜਾ ਕਵੀ ਜੋ ਹੈ ਉਹ ਹੈ ਭਗਤ ਕਬੀਰ ਜੀ ਦੀ ਬਾਣੀ। ਭਗਤ ਕਬੀਰ ਵੀ ਆਪਣੇ ਸਮੇਂ ਦੇ ਇੱਕ ਪ੍ਰਮੁੱਖ ਕਵੀ ਹੋਏ ਹਨ, ਜਿਨ੍ਹਾਂ ਨੂੰ ਭਗਤੀ ਕਾਲ ਦੇ ਮੋਢੀ ਕਵੀਆਂ ਦੇ ਵਿੱਚ ਜਾਣਿਆ ਜਾਂਦਾ ਹੈ। ਉਹਨਾਂ ਦੀ ਬਾਣੀ ਆਦਿ ਗ੍ਰੰਥ ਦੇ ਵਿੱਚ ਜੋ ਸ਼ਾਮਲ ਹੈ ਉਹ ਸਾਡੇ ਸਿਲੇਬਸ ਦਾ ਹਿੱਸਾ ਹੈ। ਭਗਤ ਕਬੀਰ ਉਸ ਸਮੇਂ ਦੀ ਬ੍ਰਾਹਮਣਵਾਦੀ ਕਦਰਾਂ ਕੀਮਤਾਂ ਦੇ ਕਾਰਨ ਮਾਨਵੀ ਮੁੱਲਾਂ ਦਾ ਜੋ ਘਾਣ ਹੋਇਆ ਹੈ ਮੱਧਕਾਲ ਦੇ ਵਿੱਚ, ਉਸ ਦੇ ਬਾਰੇ ਆਪਣੀ ਬਾਣੀ ਦੇ ਵਿੱਚ ਬੜੀ ਪ੍ਰਮੁਖਤਾ ਦੇ ਨਾਲ ਲਿਖਦੇ ਹਨ। ਸੋ ਬਾਬਾ ਕਬੀਰ ਦੀ ਬਾਣੀ ਸਾਡੇ ਸਿਲੇਬਸ ਦੇ ਵਿੱਚ ਇੱਕ ਮਰਿਆਦਾ ਪੰਜਕ ਕਵੀ ਦੇ ਤੌਰ ਤੇ ਸ਼ਾਮਲ ਹੈ। ਸੋ ਇਸ ਬਾਣੀ ਨੂੰ ਵੀ ਅਸੀਂ ਆਪਣੇ ਸਿਲੇਬਸ ਦੇ ਦੂਜੇ ਹਿੱਸੇ ਦੇ ਵਿੱਚ ਸਮਝਣਾ ਹੈ, ਜੋ ਸਮਾਜਿਕ ਰੂਪ ਦੇ ਵਿੱਚ ਖਾਸ ਤੌਰ ਤੇ ਜਿਹੜੇ ਨਿਮਾਣੇ ਨਿਤਾਣੇ ਵਰਗ ਨਾਲ ਕੁਝ ਜ਼ਿਆਦਤੀਆਂ ਜਾਂ ਜ਼ੁਲਮ ਹੁੰਦੇ ਸਨ, ਉਹਨਾਂ ਦੇ ਬਾਰੇ ਉਹਨਾਂ ਨੇ ਬੜੀ ਸ਼ਿੱਦਤ ਦੇ ਨਾਲ ਆਪਣੀ ਬਾਣੀ ਦੇ ਵਿੱਚ ਗੱਲ ਕੀਤੀ ਹੈ। ਸੋ ਇਹ ਇਸ ਤਰ੍ਹਾਂ ਦੇ ਪ੍ਰਸ਼ਨ ਸਾਡੇ ਸਿਲੇਬਸ ਦੇ ਵਿੱਚ ਆ ਸਕਦੇ ਹਨ। ਪ੍ਰਮੁਖਤਾ ਨਾਲ ਤੁਹਾਨੂੰ ਕਲਾਸ ਦੇ ਵਿੱਚ ਸਮਝਾਇਆ ਜਾਏਗਾ। ਅਜੇ ਸਿਰਫ ਸਿਲੇਬਸ ਦੀ ਜਾਣ ਪਛਾਣ ਤੁਹਾਨੂੰ ਦੱਸੀ ਜਾ ਰਹੀ ਹੈ। ਪਿਆਰੇ ਵਿਦਿਆਰਥੀਓ, ਇਹਨਾਂ ਦੋ ਕਵੀਆਂ ਤੋਂ ਬਾਅਦ ਸਾਡੇ ਕੋਲ ਜੋ ਗੁਰਮਤਿ ਸਾਹਿਤ ਦਾ ਸਭ ਤੋਂ ਵੱਡਾ ਕਵੀ, ਗੁਰਮਤਿ ਸਾਹਿਤ ਦਾ ਮੋਢੀ ਕਵੀ, ਮੱਧਕਾਲੀ ਸਾਹਿਤ ਚਿੰਤਨ ਦੇ ਵਿੱਚ ਸਿਰਮੌਰ ਕਵੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਗੁਰੂ ਨਾਨਕ ਸਾਹਿਬ ਗੁਰਮਤਿ ਕਵਿਤਾ ਦੇ ਮੋਢੀ ਹਨ ਅਤੇ ਉਹਨਾਂ ਦੀ ਜਪਜੀ ਸਾਡੇ ਟੈਕਸਟ ਭਾਗ ਪਹਿਲਾ ਦੇ ਵਿੱਚ ਲੱਗੀ ਹੋਈ ਹੈ। ਜਪਜੀ ਗੁਰੂ ਨਾਨਕ ਸਾਹਿਬ ਦੀ ਪ੍ਰੌੜ ਰਚਨਾ ਹੈ, ਪ੍ਰਮੁੱਖ ਰਚਨਾ ਹੈ। ਆਦਿ ਗ੍ਰੰਥ ਦੇ ਵਿੱਚ ਇਸ ਨੂੰ ਸਭ ਤੋਂ ਪਹਿਲਾਂ ਦਰਜ ਕੀਤਾ ਗਿਆ ਹੈ। ਜਦੋਂ ਗੁਰੂ ਅਰਜਨ ਦੇਵ ਨੇ 1604 ਈਸਵੀ ਦੇ ਵਿੱਚ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ, ਉਸ ਵਕਤ ਗੁਰੂ ਨਾਨਕ ਸਾਹਿਬ ਦੀ ਜਪਜੀ ਨੂੰ ਸਭ ਤੋਂ ਪਹਿਲਾਂ ਦਰਜ ਕੀਤਾ ਤੇ ਇਸ ਪ੍ਰਕਾਰ ਇਹ ਸਾਡੀ ਤੀਜੀ ਰਚਨਾ ਹੈ। ਇਸ ਦੇ ਵਿੱਚ ਪ੍ਰਮੁੱਖ ਸੰਕਲਪ ਜਪਜੀ ਦੇ ਵਿੱਚ ਜੋ ਆਏ ਹਨ, ਮੂਲ ਪ੍ਰਸ਼ਨ ਹੈ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੈ ਪਾਲ। ਇਸੇ ਤਰੀਕੇ ਨਾਲ ਮੰਨੇ ਦਾ ਸੰਕਲਪ, ਸੁਣਿਆ ਦਾ ਸੰਕਲਪ, ਪੰਜ ਖੰਡਾਂ ਦੇ ਸੰਕਲਪ ਬਾਰੇ ਬਾਣੀ ਦੇ ਵਿੱਚ ਬਹੁਤ ਸਾਰੇ ਹੋਰ ਵੀ ਸੰਕਲਪ ਹਨ ਜੋ ਪ੍ਰਸ਼ਨ ਦੇ ਰੂਪ ਦੇ ਵਿੱਚ ਪੁੱਛੇ ਜਾ ਸਕਦੇ ਹਨ। ਇੱਕ ਗੱਲ ਦਾ ਧਿਆਨ ਰੱਖਣਾ ਹੈ, ਜਦੋਂ ਅਸੀਂ ਇੱਕ ਕਵੀ ਨੂੰ ਤਿਆਰ ਕਰਨਾ ਹੈ ਤਾਂ ਕਵੀ ਦੀ ਭਾਸ਼ਾ ਬਾਰੇ, ਸਾਹਿਤ ਬਾਰੇ, ਉਹਨਾਂ ਦੇ ਪ੍ਰਤੀਕ ਬਾਰੇ, ਪ੍ਰਤੀਕਾਂ ਬਾਰੇ, ਸਿੰਬੋਲਿਜ਼ਮ ਜਿਸ ਨੂੰ ਕਿਹਾ ਜਾਂਦਾ ਹੈ, ਦਰਸ਼ਨ ਬਾਰੇ, ਸ਼ੈਲੀ ਬਾਰੇ ਪ੍ਰਸ਼ਨ ਪੁੱਛੇ ਜਾ ਸਕਦੇ ਹਨ ਅਤੇ ਪ੍ਰਮੁਖਤਾ ਜਿਹੜੀ ਹੈ ਉਹ ਵਿਚਾਰਧਾਰਾ ਨੂੰ ਦਿੱਤੀ ਜਾਂਦੀ ਹੈ। ਸੋ ਇਸ ਪ੍ਰਕਾਰ ਮੱਧਕਾਲੀ ਪੰਜਾਬੀ ਕਵਿਤਾ ਜੋ ਕਿ 14ਵੀਂ ਸ਼ਤਾਬਦੀ ਤੋਂ 17ਵੀਂ ਸ਼ਤਾਬਦੀ ਦੇ ਅਖੀਰ ਤੱਕ 1700 ਈਸਵੀ ਸਦੀ ਤੱਕ 4 ਸਦੀਆਂ ਤੱਕ ਫੈਲੀ ਹੋਈ ਹੈ, ਉਹ ਸਾਡੇ ਸਿਲੇਬਸ ਦਾ ਹਿੱਸਾ ਹੈ। ਇਸ ਸਮੁੱਚੇ ਪੋਰਸ਼ਨ ਨੂੰ ਅਸੀਂ ਆਪਣੇ ਤਰੀਕੇ ਨਾਲ ਤਿਆਰੀ ਕਰਨੀ ਹੈ। ਸੋ ਬਾਕੀ ਕੁਝ ਤੁਹਾਨੂੰ ਅਗਲੇ ਹਿੱਸੇ ਦੇ ਵਿੱਚ ਦੱਸਿਆ ਜਾਏਗਾ। ਧੰਨਵਾਦ।